ਜੀ ਡਾਕਟਰ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਅਮਨਜੋਤ ਕੌਰ ਜੀ ਦੀ ਚੰਡੀਗੜ੍ਹ ਤੋਂ। ਇਹ ਲਿਖਦੇ ਹਨ, ਅਸੀਂ ਹਮੇਸ਼ਾ ਚੰਦੂ, ਗੰਗੂ, ਸੁੱਚਾਨੰਦ, ਡੋਗਰੇ, ਗਾਂਧੀ, ਨਹਿਰੂ ਨੂੰ ਯਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ। ਕੀ ਅੱਜ ਸਿੱਖ ਕੌਮ ਕੋਈ ਇੰਨੀ ਸਿਆਣੀ ਹੈ ਕਿ ਦੁਬਾਰਾ ਧੋਖਾ ਨਾ ਖਾਵੇ? ਮੈਂ ਮਹਾਰਾਜਾ ਰਣਜੀਤ ਸਿੰਘ ਬਾਰੇ ਪੜ੍ਹਿਆ ਹੈ ਕਿ ਉਹਨਾਂ ਨੇ ਹਰੀ ਸਿੰਘ ਨਲੂਆ ਦੀ ਸਲਾਹ ਨੂੰ ਮਾਨਤਾ ਨਹੀਂ ਦਿੱਤੀ ਅਤੇ ਡੋਗਰਿਆਂ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਦਿੱਤਾ, ਜਿਨ੍ਹਾਂ ਨੇ ਬੇਟਿਆਂ ਨਾਲ ਵੀ ਲੜਾਈ ਕਰਾਈ। ਫਿਰ ਕੀ ਫਾਇਦਾ ਜੇ ਸਿੱਖ ਰਾਜ ਵਿੱਚ ਸਿੱਖਾਂ ਨੂੰ ਹੀ ਕੋਈ ਨਾ ਪੁੱਛੇ? ਇਸ ਗੱਲ ਦੀ ਕੀ ਗਰੰਟੀ ਹੈ ਕਿ ਜੇ ਸਿੱਖ ਰਾਜ ਦੁਬਾਰਾ ਸਥਾਪਿਤ ਹੋ ਜਾਂਦਾ ਹੈ ਤਾਂ ਸਿੱਖ ਇਕੱਠੇ ਰਹਿਣਗੇ, ਲੜਨਗੇ ਨਹੀਂ ਆਪਸ 'ਚ, ਜਾਂ ਫਿਰ ਮੁਸਲਮਾਨ ਜਾਂ ਹਿੰਦੂਆਂ ਦੇ ਹੱਥੇ ਨਹੀਂ ਚੜਨਗੇ? ਇਸ ਦੀ ਕੀ ਗਰੰਟੀ ਹੈ ਕਿ ਖਾਲਿਸਤਾਨ ਵਿੱਚ ਹਿੰਦੂਆਂ ਦੀਆਂ ਵੋਟਾਂ ਬਟੋਰਨ ਲਈ ਸਿੱਖ ਲੀਡਰ ਸਿੱਖ ਹੱਕਾਂ ਨੂੰ ਢਾਹ ਨਹੀਂ ਲਾਉਣਗੇ? ਗੁਰਦੁਆਰਾ ਸਾਹਿਬਾਨਾਂ 'ਚ ਮਰਦਾਂ ਦੀ ਬਹੁਤਾਤ ਹੈ। ਕੀਰਤਨ, ਲੰਗਰ, ਗ੍ਰੰਥੀ, ਗੁਰੂ ਘਰ, ਕਮੇਟੀਆਂ ਹਰ ਥਾਂ ਤੇ। ਸਿੱਖਾਂ 'ਚ ਦਾਜ ਦੇ ਕੇਸ, ਅਣਖ ਲਈ ਕਤਲ, ਘਰੇਲੂ ਹਿੰਸਾ, ਕੁੱਖ 'ਚ ਕੁੜੀਆਂ ਨੂੰ ਮਾਰਨ ਦੇ ਮਾਮਲਿਆਂ ਦੀ ਬਹੁਤਾਤ ਹੈ। ਪੰਜਾਬ 'ਚ ਕੁੜੀਆਂ ਮੁਕਾਬਲੇ ਮੁੰਡਿਆਂ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ। ਬੀਬੀ ਜਗੀਰ ਕੌਰ ਤੇ ਆਪਣੀ ਧੀ ਦਾ ਅਣਖਾਤਰ ਕਤਲ ਕਰਨ ਦਾ ਇਲਜ਼ਾਮ ਲੱਗਿਆ ਸੀ। ਔਰਤਾਂ ਕੁੜੀਆਂ ਦੇ ਹੱਕਾਂ ਲਈ ਖਾਲਿਸਤਾਨ ਕਿੱਥੇ ਖੜਾ ਹੈ? ਕੁੜੀਆਂ ਦੇ ਹੱਕਾਂ ਦੀ ਰਾਖੀ ਦੀ ਤੁਸੀਂ ਕਿਵੇਂ ਗਰੰਟੀ ਲੈ ਸਕਦੇ ਹੋ? ਭਾਰਤ 'ਚ ਦਾਜ ਦਹੇਜ, ਮਾਰ ਕੁਟਾਈ, ਬੱਚਿਆਂ ਦੀ ਕਸਟਡੀ ਲਈ ਚੰਗੇ ਅਗਾਂਹ ਵਧੂ ਕਾਨੂੰਨ ਬਣੇ ਹੋਏ ਹਨ, ਪਰ ਫਿਰ ਵੀ ਔਰਤਾਂ ਉੱਤੇ ਸੁਰੱਖਿਅਤ ਨਹੀਂ ਹਨ। ਮੈਂ ਉਮੀਦ ਕਰਦੀ ਹਾਂ ਕਿ ਇਸ ਮਾਮਲੇ 'ਚ ਖਾਲਿਸਤਾਨ ਦਾ ਇਹ ਹਾਲ ਨਾ ਹੋਵੇ। ਅਸੀਂ ਪਿੱਛੇ ਨਹੀਂ ਜਾਣਾ ਚਾਹੁੰਦੇ। ਮੈਨੂੰ ਇਸ ਗੱਲ ਤੇ ਸ਼ੰਕਾ ਹੈ ਕਿਉਂਕਿ ਔਰਤਾਂ ਪ੍ਰਤੀ ਪੰਜਾਬੀਆਂ ਦਾ ਰਵੱਈਆ ਚੰਗਾ ਨਹੀਂ ਤੇ ਧਾਰਮਿਕ ਲੋਕਾਂ ਦਾ ਹੋਰ ਵੀ ਮਾੜਾ ਹਾਲ ਹੈ। ਔਰਤਾਂ ਨੂੰ ਆਈਬ੍ਰੋਜ਼ ਕਰਾਉਣ ਤੇ ਦੋਸ਼ੀ ਮੰਨਿਆ ਜਾਂਦਾ ਹੈ ਤੇ ਇਹ ਗੱਲ ਪ੍ਰਚਾਰੀ ਜਾਂਦੀ ਹੈ ਕਿ ਰੱਬ ਨੂੰ ਪੂਜੋ ਜੇ ਸਵਰਗ 'ਚ ਜਾਣਾ ਹੈ। ਜੀ ਡਾਕਟਰ ਸਾਹਿਬ। ਭੈਣ ਜੀ ਅਮਨਜੋਤ ਕੌਰ ਜੀ ਦਾ ਸ਼ੁਕਰੀਆ। ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਲਿਖਿਆ ਹੈ, ਉਹਨਾਂ ਦੀ ਲਿਖਤ ਦੀ ਕੰਟੀਨਿਊਟੀ ਹੈ। ਅੱਜ ਵਾਲੇ ਸੈਗਮੈਂਟ 'ਚ ਜਿਹੜਾ ਤੁਸੀਂ ਪੜ੍ਹਿਆ, ਉਹਨਾਂ ਨੇ 2-3 ਨੁਕਤੇ ਸਾਹਮਣੇ ਲਿਆਂਦੇ ਨੇ। ਪਹਿਲੀ ਗੱਲ ਤਾਂ ਉਹਨਾਂ ਨੇ ਪਾਸਟ ਹਿਸਟਰੀ ਦੇ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਦੇ ਵਿੱਚ ਚੰਦੂ, ਗੰਗੂ, ਸੁੱਚਾਨੰਦ ਜਾਂ ਗਾਂਧੀ, ਪਟੇਲ, ਇਹਨਾਂ ਸਾਰਿਆਂ ਦਾ ਧੋਖਾ ਵੀ ਔਰ ਇਹਨਾਂ ਤੇ ਇਤਬਾਰ ਕਰਨਾ ਵੀ। ਇਤਬਾਰ ਤਾਂ ਖੈਰ ਗਾਂਧੀ ਜਾਂ ਇਸ ਦੌਰ ਤੇ ਹੀ ਹੈ। ਪੁਰਾਣੇ ਜਿਹੜੇ ਚੰਦੂ, ਗੰਗੂ, ਸੁੱਚਾਨੰਦ ਉਹ ਤਾਂ ਉਹਨਾਂ ਦੇ ਮੁਗਲਾਂ ਦੇ ਜਿਹੜੇ ਨੇ ਉਹ ਮਰਸਨਰੀ ਸਨ ਜੀ। ਸੋ ਇਸ ਨੂੰ ਉਹਨਾਂ ਨੇ ਆਧਾਰ ਬਣਾ ਕੇ ਕਿਹਾ ਕਿ ਐਸੀ ਕੀ ਗਰੰਟੀ ਹੈ ਕਿ ਸਿੱਖ ਦੁਬਾਰਾ ਧੋਖਾ ਨਹੀਂ ਖਾਣਗੇ। ਔਰ ਫਿਰ ਉਹਨਾਂ ਨੇ ਇਸ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਪੀਰੀਅਡ 'ਚ ਲਾਹੌਰ ਦਰਬਾਰ ਦੇ ਉੱਤੇ ਡੋਗਰਿਆਂ ਮਿਸ਼ਰਾਂ ਦਾ ਪ੍ਰਭਾਵੀ ਹੋਣਾ ਔਰ ਸਰ ਹਰੀ ਸਿੰਘ ਨਲੂਏ ਨੂੰ ਉਹਨਾਂ ਨੇ ਕੋਟ ਕੀਤਾ ਹੈ ਕਿ ਉਸ ਨੂੰ ਅਣਗੌਲਿਆਂ ਕਰਨਾ। ਉਸ ਦਾ ਉਦਾਹਰਣ ਦੇ ਕੇ ਉਹਨਾਂ ਨੇ ਕਿਹਾ ਕਿ ਜੀ ਭਵਿੱਖ ਦੇ ਖਾਲਿਸਤਾਨ 'ਚ ਕੀ ਗਾਰੰਟੀ ਹੈ ਵੀ ਸਿੱਖ ਆਪਸ ਨਹੀਂ ਲੜਨਗੇ ਜਾਂ ਹਿੰਦੂਆਂ ਜਾਂ ਮੁਸਲਮਾਨਾਂ ਦੇ ਢੇਰ ਚੜ੍ਹ ਕੇ ਆਪਣੀ ਕੌਮ ਦਾ, ਮੁਲਕ ਦਾ ਨੁਕਸਾਨ ਨਹੀਂ ਕਰਨਗੇ। ਜਾਂ ਉਹਦੇ 'ਚ ਉਹਨਾਂ ਨੇ ਇੱਕ ਹਿੰਦੂਆਂ ਦੀਆਂ ਵੋਟਾਂ ਲੈਣ ਲਈ ਵੀ ਜਿਹੜੇ ਕੁਝ ਪੋਲੀਟੀਸ਼ੀਅਨਸ ਹੋਣਗੇ ਜੇ ਡੈਮੋਕ੍ਰੈਟਿਕ ਸਿਸਟਮ ਨੂੰ ਉਹਨਾਂ ਨੇ ਗੱਲ ਕਰਦੇ ਆ ਕਿਹਾ ਤੇ ਉਹ ਨੁਕਸਾਨ ਕਰਨਗੇ ਜੀ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਹੁਣ ਇੱਕ ਕੁਝ ਸਿਚੁਏਸ਼ਨਸ ਹਾਈਪੋਥੈਟੀਕਲ ਜਿਹੜੀਆਂ ਨੇ ਔਰ ਉਹਦੇ 'ਚ ਕੋਈ ਹਰਜ਼ ਨਹੀਂ ਹੈ। ਮੈਂ ਸਮਝਦਾ ਵੀ ਜਦੋਂ ਅਸੀਂ ਅਮਰੀਕਾ 'ਚ ਜਿਸ ਗੱਲ ਨੂੰ ਮੈਂ ਘੱਟੋ ਘੱਟ ਜ਼ਰੂਰ ਸਿੱਖਿਆ ਕਿ ਅਮਰੀਕਨ ਜਦੋਂ ਵੀ ਕਿਸੇ ਪਲਾਨ ਨੂੰ ਬਣਾਉਂਦੇ ਨੇ, ਉਹ ਭਾਵੇਂ ਵਿੱਤੀ ਮਾਮਲਾ ਹੋਏ, ਭਾਵੇਂ ਉਹਨਾਂ ਦੇ ਕਾਨੂੰਨੀ ਹੋਏ ਜਾਂ ਜੰਗ ਦਾ ਹੋਏ ਜਾਂ ਕੋਈ ਵੀ ਹੋਏ, ਜਿਹੜੀ ਗੱਲ ਸਾਡੇ ਕਲਚਰ ਦੇ ਬਿਲਕੁਲ ਉਲਟ ਹੈ, ਉਹਦੇ 'ਚ ਸਭ ਤੋਂ ਪਹਿਲਾਂ ਇਹ ਸਿਨੈਰੀਓ ਉਹ ਬਣਾਉਂਦੇ ਨੇ ਜਿਹਨੂੰ ਕਹਿੰਦੇ ਨੇ ਵਟ ਕੈਨ ਗੋ ਰੋਂਗ, ਵਰਸਟ ਸਿਨੈਰੀਓ। ਉਹਨੂੰ ਕਹਿੰਦੇ ਨੇ ਕਿ ਵੀ ਜੇ ਜਾਂਦੇ ਆ ਹੋ ਜਾਏ, ਫਿਰ ਉਹ ਹੌਲੀ ਹੌਲੀ ਗੁੱਡ ਸਿਨੈਰੀਓ ਵੱਲ ਆਉਂਦੇ ਨੇ। ਲੇਕਿਨ ਉਹਨਾਂ ਨੇ ਪਲਾਨ 1, ਪਲਾਨ 2, ਪਲਾਨ 3 ਇਵੇਂ ਤਿਆਰ ਕੀਤੀ ਹੁੰਦੀ ਹੈ ਵੀ ਜੇ ਇਫ ਸਮਥਿੰਗ ਗੋਜ਼ ਰੋਂਗ, ਥਿੰਗਸ ਗੋ ਵਰਸਟ, ਉਹਨੂੰ ਉਦੋਂ ਕੀ ਕਰ ਰਹੇ। ਸਾਡੀ ਸਮੱਸਿਆ ਇਹ ਕਲਚਰਲ ਹੈ ਕਿ ਅਸੀਂ ਕਦੇ ਉਹ ਵਰਸਟ ਦਾ ਤਾਂ ਸੋਚਦੇ ਹੀ ਨਹੀਂ ਨਾ ਹੈ। ਪਹਿਲੀ ਗੱਲ ਤਾਂ ਅਸੀਂ ਸੋਚਦੇ ਹੀ ਨਹੀਂ, ਇਹ ਵੀ ਇੱਕ ਪਾਰਟ ਹੈ ਵੀ ਪਹਿਲਾਂ ਦਾ ਪਲਾਨ ਕੀ ਕਰਨਾ ਹੈ। ਜਦੋਂ ਆ ਗਿਆ ਵੇਲਾ ਚੱਕ ਲੋ ਡਾਂਗਾ ਆ ਗਿਆ ਜੇ, ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਵੀ ਹੋਣਾ। ਫਿਰ ਅਸੀਂ ਇਸ ਗੱਲ ਲਈ ਕਦੇ ਤਿਆਰ ਨਹੀਂ ਹੁੰਦੇ ਕਿ ਵਟ ਕੈਨ ਗੋ ਰੋਂਗ, ਵਰਸਟ ਕੀ ਹੋਏਗਾ। ਅਸੀਂ ਹਮੇਸ਼ਾ ਇੱਕ ਰੋਜ਼ੀ ਸਿਨੈਰੀਓ ਬਣਾਉਂਦੇ ਔਰ ਇਕੱਲਾ ਕੋਈ ਪਲਾਨ ਦੇ ਲਿਹਾਜ਼ ਨਾਲ ਨਹੀਂ, ਜਹਾਜ਼ ਵੀ ਚੜ੍ਹਨਾ ਹੋਏ
ਜੀ ਮੈਂ ਕਈ ਵਾਰੀ ਜੋਕਿੰਗਲੀ ਕਹਿੰਦਾ ਹੁੰਦਾ ਵੀ ਮੈਂ 20-25 ਸਾਲ ਦੀ ਟਰੈਵਲ 'ਚ 2 ਵਾਰ ਮੈਂ ਆਪਣੀ ਫਲਾਈਟਸ ਮਿਸ ਕੀਤੀਆਂ, ਤੇ ਕੀਤੀਆਂ ਉਦੋਂ ਜਦੋਂ ਮੈਂ ਠੀਕ ਟਾਈਮ ਦੱਸਤਾ ਵੀ ਕਿਹੜੇ ਵੇਲੇ ਜਹਾਜ਼ ਉੱਡਣਾ। ਨਹੀਂ ਤਾਂ ਮੈਂ ਕਿਤੇ ਅੱਧੇ ਘੰਟੇ, ਤੁਹਾਨੂੰ ਬਹੁਤੇ ਨੂੰ ਪਤਾ ਲੱਗ ਗਿਆ, ਅੱਧੇ ਘੰਟੇ ਦਾ ਗੈਪ, ਕਈ ਤਾਂ ਬੰਦੇ ਦੇ ਇੱਕ ਮੈਨੂੰ ਘੰਟੇ ਦਾ ਦੱਸਣਾ ਪੈਂਦਾ ਹੈ ਅਰਲੀ, ਤਾਂ ਹੀ ਵੇਲੇ ਸਿਰ ਪਹੁੰਚ ਨਹੀਂ ਤਾਂ ਉੱਥੇ ਕਿ ਬੈਠੇ ਹੁੰਦੇ ਨੇ ਔਰ ਉਹਨਾਂ ਨੂੰ ਪੁੱਛੋ ਜੀ ਕਿੰਨਾ 5 ਮਿੰਟ ਹੈ ਜੀ। ਅੱਛਾ, ਜਦੋਂ ਤੁਸੀਂ ਜਾਓ ਤੇ ਫਸ ਕੇ, ਅੱਜ ਹੀ ਟ੍ਰੈਫਿਕ ਆਇਆ ਜੀ, ਪਹਿਲਾਂ ਕਦੇ ਨਹੀਂ। ਹਾਂ, ਟ੍ਰੈਫਿਕ ਹਮੇਸ਼ਾ ਹੁੰਦਾ, ਲੇਕਿਨ ਜੇ ਈਵਨ 5 ਮਾਈਲਸ ਦੂਰ ਵੀ ਹੈ ਤੇ ਉਹਨੂੰ 2.5 ਮੀਲ ਬਣਾ ਲੈਣਗੇ ਔਰ ਉਹਨੂੰ ਇਹ ਨਹੀਂ ਇਮੇਜਿਨ ਕਰਦੇ ਕਿ ਵੀ ਵਟ ਕੈਨ ਗੋ ਰੋਂਗ, ਟ੍ਰੈਫਿਕ ਹੋਇਆ, ਟਾਇਰ ਫਲੈਟ ਹੋ ਗਿਆ, ਕੋਈ ਹੋਰ ਪ੍ਰੋਬਲਮ ਹੋ ਗਈ। ਸੋ ਇਹ ਜ਼ਰੂਰ ਇਹ ਪਾਰਟ ਮੈਂ ਸਮਝਦਾ ਹੈ ਵੀ ਸਾਡਾ ਇੱਕ ਹਿੱਸਾ ਹੈ, ਕਮਜ਼ੋਰੀ ਹੈ, ਕੁਝ ਚੀਜ਼ਾਂ ਕਲਚਰ ਦੀਆਂ ਨੇ। ਔਰ ਜਿਵੇਂ ਅਸੀਂ ਚਰਚਲ ਦੇ ਹਵਾਲੇ ਨਾਲ ਗੱਲ ਕਰਕੇ ਹਟੇ ਹਾਂ, ਜਿਹੜੀ ਬ੍ਰਿਟਿਸ਼ ਕੌਮ ਦਾ ਜੇ ਦੁਨੀਆ ਭਰ ਦੇ ਵਿੱਚ ਛਾਣਾ ਜਾਂ ਉਹਨਾਂ ਦਾ ਈਵਨ ਡਿਫਿਕਲਟ ਟਾਈਮ 'ਚੋਂ ਵੀ ਨਿਕਲਣਾ, ਉਹਦੇ 'ਚ ਡਿਸਿਪਲਿਨ, ਪੰਕਚੁਅਲਿਟੀ ਔਰ ਕਰੈਕਟਰ, ਇਹ ਸਾਰੀਆਂ ਚੀਜ਼ਾਂ ਨੇ। ਪਰ ਮੈਂ ਸਮਝਦਾ ਵੀ ਅਸੀਂ ਹਰ ਗੱਲ ਨੂੰ ਨੈਗੇਟਿਵ ਵੀ ਨਾ ਦੇਖੀਏ ਜੀ। ਜੇ ਉਸ ਸਿੱਖ ਰਾਜ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਜ਼ਾਹਰ ਹੈ ਸਿੱਖ 12-13-14% 15 ਹੋਣਗੇ ਵੱਧ ਤੋਂ ਵੱਧ ਰਣਜੀਤ ਸਿੰਘ ਦੇ ਪੀਰੀਅਡ, ਰਿਲਾਈ ਤੁਸੀਂ ਦੂਸਰਿਆਂ ਤੇ ਕਰਦੇ ਹੋ, ਟੈਲੈਂਟ ਵੀ ਉਹਨਾਂ ਦੇ ਕੋਲ ਹੋਏਗਾ ਕਿਤੇ ਨਾ ਕਿਤੇ। ਕੋਈ ਮਹਾਰਾਜਾ ਰਣਜੀਤ ਸਿੰਘ ਕੋਈ ਇਹ ਤਾਂ ਨਹੀਂ ਸੀ ਇੱਕ ਬਰੇਵ ਮੈਨ, ਸੈਲਫ ਮੇਡ ਸੀ, ਕਮਜ਼ੋਰੀਆਂ ਵੀ ਸੀ, ਕਈ ਵਾਰ ਉਹਨਾਂ ਕਮਜ਼ੋਰੀਆਂ ਦਾ ਫਾਇਦਾ ਵੀ ਉਠਾਇਆ ਜਾਂਦਾ। ਲੇਕਿਨ ਮੈਂ ਸਮਝਦਾ ਹਾਂ ਵੀ ਕੌਮਾਂ ਸਿੱਖਦੀਆਂ ਵੀ ਨੇ। ਅਸੀਂ ਅੱਗੇ ਨਾਲੋਂ ਜੇ 47 ਤੱਕ ਦੀ ਲੀਡਰਸ਼ਿਪ ਦੇ ਵਿੱਚ ਇੱਕ ਉਸ ਕਿਸਮ ਦਾ ਪਾਰਟ ਸੀ, ਫਿਰ ਉਹਦੇ ਚੋਂ ਹੀ ਉਸੇ ਹੀ ਕੌਮ ਚੋਂ ਸੰਤ ਪਿੰਡਾਂ ਵਾਲੇ ਵੀ ਨਿਕਲੇ, ਉਹਨਾਂ ਚੋਂ ਹੀ ਉਹ ਨਿਕਲੇ ਜਿਨ੍ਹਾਂ ਨੇ ਆਪਣੀ ਆਜ਼ਾਦੀ ਦੀ ਗੱਲ ਵੀ ਕੀਤੀ, ਜਹਾਜ਼ ਵੀ ਕਰ ਰਹੇ ਨੇ। ਤੇ ਲੈਟ ਵੀ ਹੋਪ, ਠੀਕ ਹੈ ਵਰਸਟ ਸਿਨੈਰੀਓ ਰਹੇ ਕਿ ਭਾਈ ਉੱਥੇ ਖਾਲਿਸਤਾਨ ਦੇ ਹਿੰਦੂਆਂ ਨੂੰ ਕੌਣ ਐਕਸਪਲੋਇਟ ਕਰੇਗਾ, ਈਸਾਈਆਂ ਨੂੰ ਕੌਣ ਕਰੇਗਾ, ਦੂਜਿਆਂ ਨੂੰ ਕੌਣ ਕਰੇਗਾ, ਇਹ ਤਾਂ ਕਿਤੇ ਨਾ ਕਿਤੇ ਇਸ ਕਿਸਮ ਦੇ ਐਲੀਮੈਂਟ ਰਹਿੰਦੇ ਹੁੰਦੇ ਨੇ। ਪਰ ਜਦੋਂ ਨੇਸ਼ਨ ਬਣ ਜਾਂਦੇ ਨੇ, ਮੁਲਕ ਬਣ ਜਾਂਦੇ ਨੇ ਔਰ ਮੁਲਕ ਦਾ ਇੱਕ ਬੇਸਿਕ ਆਧਾਰ ਜਿਹੜਾ ਬਣਦਾ, ਇੱਕ ਕਲਚਰ ਤੁਹਾਡਾ ਸੇਫਗਾਰਡ ਹੁੰਦਾ, ਉੱਥੇ ਫਿਰ ਤੁਹਾਡੇ 'ਚ ਓਵਰ ਏ ਪੀਰੀਅਡ ਆਫ ਟਾਈਮ ਇਹਨਾਂ ਸਾਰਿਆਂ ਚੈਲੰਜਸ ਨੂੰ ਨਿਬੜਨ ਦੇ ਲਈ ਵੀ ਮੈਕੈਨਿਜ਼ਮ ਪ੍ਰਿਪੇਅਰ ਹੋ ਜਾਂਦਾ। ਔਰ ਤੁਸੀਂ ਪਹਿਲਾਂ ਹੀ ਕਹੋ ਜੀ ਇਵੇਂ ਹੋਣਾ, ਅਸੀਂ ਤਾਂ ਲਾੜੀ ਪੈਣਾ ਜੀ, ਜਾਂ ਕੋਈ ਹੋਏ ਇਹ ਕਹੇ ਜੀ ਨਹੀਂ ਉੱਥੇ ਜਾਂਦੇ ਮੈਂ ਤਾਂ ਹਾਰ ਹੀ ਜਾਣਾ, ਇਸ ਲਈ ਮੈਂ ਟਰੈਕ 'ਚ ਨਹੀਂ ਉਤਰਨਾ, ਤੁਸੀਂ ਉਤਰਦੇ ਹੋ। ਐਂਡ ਸਰਟਨਲੀ ਮੈਂ ਸਮਝਦਾ ਵੀ ਸਪਿਰਿਟ ਆਫ ਦਾ ਹਾਈਪੋਥੇਸਿਸ ਇਜ਼ ਵੈਰੀ ਪੋਜ਼ਿਟਿਵ ਕਿ ਵੀ ਅਸੀਂ ਤਿਆਰ ਹੋਈਏ ਸਾਰੇ ਪਾਰਟ ਲਈ। ਹਾਂ, ਹੁਣ ਜਿਹੜਾ ਦੂਸਰਾ ਉਹਨਾਂ ਨੇ ਇਹਨੂੰ ਕਹਿੰਦੇ ਨੇ ਮਾਰਿਆ ਧੋਬੀ ਪਟੜਾ ਜੀ, ਦੇਖੋ ਇਹ ਠੀਕ ਹੈ, ਬੀਬੀ ਹੋਣ ਦੇ ਨਾਤੇ ਉਹਨਾਂ ਦਾ ਜੋ ਅੱਜ ਉਸ ਸੁਸਾਇਟੀ 'ਚ ਹੋ ਰਿਹਾ ਹੈ, ਇੰਡੀਅਨ ਸੁਸਾਇਟੀ 'ਚ, ਪਹਿਲਾਂ ਉਹਦਾ ਵੀ ਉਹਨਾਂ ਨੇ ਰੈਫਰ ਕੀਤਾ ਹੈ ਕਿ ਭਾਈ ਦਾਜ, ਦਹੇਜ ਔਰ ਸੁਰੱਖਿਅਤ ਨਹੀਂ ਨੇ ਔਰਤਾਂ। ਔਰ ਸਰਟਨਲੀ ਪੰਜਾਬ ਦੇ ਹਵਾਲੇ ਨਾਲ ਜਿਹੜਾ ਇੱਕ ਨੈਗੇਟਿਵ ਪਾਰਟ ਮੇਲ ਫੀਮੇਲ ਰੇਸ਼ੋ ਔਰ ਕੁੜੀਆਂ ਨੂੰ ਕੁੱਖ 'ਚ ਮਾਰਨਾ, ਇਸ ਕਿਸਮ ਦੇ ਰੁਝਾਨ, ਪ੍ਰੈਫਰਡ ਲੜਕਾ, ਇਹ ਵੀ ਕਲਚਰਲ ਬਿਮਾਰੀਆਂ ਨੇ। ਔਰ ਮੈਂ ਸਮਝਦਾ ਵੀ ਜਿਸ ਤਰੀਕੇ ਨਾਲ ਲੇਟਲੀ, ਔਰ ਮੈਂ ਜਦੋਂ ਕੈਂਪ ਮੂਵਮੈਂਟ ਦੀ ਜਾਂ ਇੱਥੋਂ ਦੇ ਬੱਚਿਆਂ ਦੀ ਬੱਚਿਆਂ ਦੀ ਗੱਲ ਕਰਦਾ ਤਾਂ ਮੈਂ ਹੋਪਫੁਲ ਹੈ ਕਿ ਜਿਹੜੀ ਨਵੀਂ ਜਨਰੇਸ਼ਨ, ਕੁਝ ਚੀਜ਼ਾਂ ਜਿਹੜੀਆਂ ਕਲਚਰ ਦੀਆਂ ਓਲਡ ਜਨਰੇਸ਼ਨ 'ਚ ਰਹੀਆਂ, ਉਹਦੇ ਰੀਜ਼ਨ ਕੋਈ ਗਿਣਾਏ, ਭਾਵੇਂ ਕੋਈ ਉਹਦਾ ਇਕਨੋਮਿਕਲ ਰੀਜ਼ਨ ਦੱਸੇ ਜੀ, ਖੇਤਾਂ 'ਚ ਕੰਮ ਕਰਨ ਲਈ ਚਾਹੀਦਾ ਹੈ, ਕੁੜੀਆਂ ਦੁਖੀ ਨਾ ਹੋਣ, ਮੁੱਛ ਥੱਲੇ ਨਾ ਹੋਏ, ਦਾਜ ਦਹੇਜ ਦਾ ਮਾਮਲਾ। ਪਰ ਅੱਜ ਅਸੀਂ ਬਹੁਤ ਸਾਰੀ ਪੋਜ਼ਿਟਿਵ ਹੋਪ ਦੇਖਦੇ ਹਾਂ ਸੁਸਾਇਟੀ 'ਚ ਵੀ, ਜਿਹਦੇ 'ਚ ਕੋਈ ਅਸੀਂ ਧਰਮ ਦੇ ਰੋਲ ਨੂੰ ਬਹੁਤਾ ਨਹੀਂ ਮੰਨਿਆ ਹੈ। ਧਰਮ ਨੂੰ ਮੰਨਿਆ ਹੁੰਦਾ ਤਾਂ 500 ਸਾਲ ਤੋਂ ਹੀ ਅਸੀਂ ਇਸ ਕਿਸਮ ਦਾ ਨਾ ਹੁੰਦਾ। ਪਰ ਫਿਰ ਵੀ ਜੇ ਤੁਸੀਂ ਸਿੱਖ ਧਰਮ ਦੇ ਹਵਾਲੇ ਨਾਲ ਬੀਬੀਆਂ ਜਾਂ ਬੱਚੀਆਂ ਦੇ ਓਵਰਆਲ ਗੱਲ ਕਰਦੇ ਹੋ ਤਾਂ ਬਹੁਤ ਕੁਝ ਜਿਹੜਾ ਹੈ, ਈਵਨ ਐਜੂਕੇਸ਼ਨ ਦੇ ਹਵਾਲੇ ਨਾਲ, ਭਾਵੇਂ 100 ਸਾਲ ਪਹਿਲਾਂ ਹੀ ਸਿੱਖਾਂ ਨੇ ਦੇਖਿਆ, ਪਰ ਅੱਜ ਵੈਲ ਐਜੂਕੇਸ਼ਨ ਔਰ ਦੂਸਰੇ ਪੱਖ ਜਿਹੜੇ ਨੇ ਉਹ ਬ੍ਰਾਈਟ ਨੇ। ਅਸੀਂ ਹੋਪ ਕਰਦੇ ਹਾਂ ਕਿਉਂਕਿ ਐਲਾਨਨਾਮਾ ਖਾਲਿਸਤਾਨ ਦਾ ਇਸ ਗੱਲ ਦੀ ਗਾਰੰਟੀ ਕਰਦਾ ਹੈ ਕਿ ਭਾਈ ਸਿੰਘਾਂ ਔਰ ਸਿੰਘਣੀਆਂ ਦੇ ਹੱਕਾਂ 'ਚ, ਮਰਦਾਂ ਔਰਤਾਂ ਦੇ ਹੱਕਾਂ 'ਚ ਜਿਹੜੀ ਅਸਮਾਨਤਾ ਹੈ ਉਹ ਕਾਨੂੰਨ ਦੀ ਵਰਤੋਂ ਕਰਕੇ। ਸੋ ਜ਼ਾਹਰ ਹੈ ਕੁਝ ਸੋਸ਼ਲ ਪ੍ਰੈਕਟਿਸਿਸ, ਸੋਸ਼ਲ ਬਿਮਾਰੀਆਂ, ਉਹਦੇ ਲਈ ਤਾਂ ਸਟਰੋਂਗ ਪ੍ਰਚਾਰ ਧਾਰਮਿਕ ਮੁੱਦਿਆਂ ਤੇ, ਔਰ ਜਿਹੜੇ ਧਰਮ ਦੀ ਗੱਲ ਕਰਨ ਵਾਲੇ ਨੇ ਉਹ ਵੀ ਫਿਰ ਐਕਟਿਵ ਹੋ ਜਾਂਦੇ ਨੇ ਜੇ ਕਾਨੂੰਨ ਤੁਹਾਡੇ ਪੱਖ ਤੋਂ ਹੋਏ। ਤੇ ਜੇ ਕਾਨੂੰਨ ਉੱਥੇ ਬੇਸ਼ੱਕ ਅੱਜ ਇੰਡੀਆ ਦਾ ਕਾਨੂੰਨ ਪੱਖ 'ਚ ਹੈ, ਪਰ ਜੇ ਧਾਰਮਿਕ ਆਚਾਰੀਆ ਹੈ ਜਾਂ ਉਹਨਾਂ ਦਾ ਬੇਸਿਕ ਰੂਲਿੰਗ ਸ਼ੰਕਰਾ ਜਾਂ ਜਿਹੜੀ ਚਾਣਕਿਆ ਦੀ ਸੋਚ ਹੈ, ਮਨੂ ਦੀ ਸੋਚ ਹੈ, ਮਨੂ ਸੰਹਿਤਾ ਜਿਹੜੀ ਆ ਉਹ ਗਵਰਨ ਕਰਦੀ ਹੈ। ਘੱਟੋ ਘੱਟ ਸਿੱਖਾਂ ਦੇ ਮਾਮਲੇ 'ਚ ਔਰਤਾਂ ਮਰਦਾਂ ਦੇ ਹੱਕਾਂ ਦੇ ਗੱਲ, ਗੁਰੂ ਗ੍ਰੰਥ ਸਾਹਿਬ ਜਾਂ ਸਿੱਖ ਧਰਮ ਤਾਂ ਕੋਈ ਫੇਵਰ ਨਹੀਂ ਕਰਦਾ ਹੈ ਮਰਦਾਂ ਨੂੰ,
ਉੱਥੇ ਤਾਂ ਇਹ ਸਾਡੇ ਕੋਲ ਇੱਕ ਪੋਜ਼ਿਟਿਵ ਇੰਡੀਅਨ ਸੋਸਾਇਟੀ 'ਚ ਇਹਦੇ ਬਾਵਜੂਦ ਕਾਨੂੰਨ ਭਾਵੇਂ ਬਰਾਬਰੀ ਦਿੰਦਾ ਹੋਏ ਪਰ ਸਪਿਰਿਟ ਜਿਹੜੀ ਹੈ ਉਹ ਮਨੂ ਸਮ੍ਰਿਤੀ ਹੈ। ਇਹ ਜਿਹੜੀ ਬਰਾਬਰੀ ਹੈ ਬੇਸ਼ੱਕ ਇੱਕਦਮ ਅਚੀਵ ਨਹੀਂ ਹੁੰਦੀ, ਬਟ ਵਾਂਸ ਕਾਨੂੰਨੀ ਤੌਰ ਦੇ ਉੱਤੇ ਵੀ ਤੁਸੀਂ ਸੇਫਗਾਰਡ ਹੁੰਦੇ ਹੋ ਧਾਰਮਿਕ ਤੌਰ ਤੇ, ਤਾਂ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਤੋਂ ਵੱਧ ਕੇ ਰੈਵੋਲੂਸ਼ਨਰੀ ਸਪਿਰਿਟ ਔਰ ਇਸ ਦੇ ਉੱਤੇ ਸਟੇਟਮੈਂਟ ਔਰ 10ਵੇਂ ਪਾਤਸ਼ਾਹ ਦਾ ਕੌਰ ਸ਼ਹਿਜ਼ਾਦੀਆਂ ਗਾਤਰੇ ਕਿਰਪਾਨ ਪਾ ਕੇ ਅਬਲਾ ਦੇ ਕਨਸੈਪਟ ਨੂੰ ਤੋੜ ਦੇਣਾ, ਇਹ ਕਿਸੇ ਹੋਰ ਮਜ਼ਹਬ ਧਰਮ ਦੇ ਦਾਇਰਾ ਕਾਰ ਚ ਨਹੀਂ ਹੋਇਆ। ਸੋ ਮੈਂ ਸਮਝਦਾ ਕਿ ਵੀ ਇਹ ਜਿਹੜਾ ਪੰਜਾਬ ਦੇ ਕਲਚਰ ਦੀ ਜਿਹੜੀ ਬਿਮਾਰੀ ਹੈ, ਔਰਤ ਦੇ ਨਾਲ ਬਦਸਲੂਕੀ ਔਰ ਈਵਨ ਇਸ ਕਿਸਮ ਦਾ ਮੁੰਡੇ ਕੁੜੀ ਦੇ ਵਿੱਚ ਵਖਰੇਵੇਂ ਦੀ ਗੱਲ ਸਰਟਨਲੀ, ਕਿਉਂਕਿ ਸਿੱਖ ਧਰਮ ਬਿਲਕੁਲ ਬਰਾਬਰੀ ਦੀ ਗੱਲ ਕਰਦਾ ਹੈ ਔਰ ਇਸ ਕਿਸਮ ਦਾ ਜਿਹੜਾ ਸੋਸ਼ਲ ਪ੍ਰੈਜੂਡਿਸ ਹੈ ਉਹ ਵੀ ਵਾਂਸ ਤੁਸੀਂ ਪੋਲੀਟੀਕਲੀ ਕੰਸੋਲੀਡੇਟ ਹੁੰਦੇ ਹੋ ਇਸ ਨੂੰ ਹੌਲੀ ਹੌਲੀ ਮਰੇਗਾ ਪਰ ਅਲਟੀਮੇਟਲੀ ਇਸ ਦਾ ਐਂਡ ਹੋਏਗਾ। ਔਰ ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ, ਅਮਨਜੋਤ ਕੌਰ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ।